एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद जप आदि सच जुगादि सच है भी सच नानक होसी भी सच। सूरज किरण मिले जल का जल हुआ राम ज्योति ज्योत रली संपूर्ण थी आराम। सतगुर मेरा सदा सदा ना आवे ना जाए ओ अविनाशी पुरख है सब मह रहया समाए। सज्जन सच्चा पातशाह सिर शाहां दै साहु जिस पास बैठिया सोही है सबना दा वेसाहु। धन धन साहिब श्री गुरु ग्रंथ साहिब महाराज दी पावन पवित्र गोद विच विराजमान गुरु रूप गुरु खालसा साध संगत जी आओ प्यार सत्कार सहित फतेह उचारण करिए। वाहिगुरु जी का खालसा वाहिगुरु जी की फतेह। आप जी सरबत संगतां वाहिगुरु की किरपा का सदका धन धन साहिब श्री गुरु ग्रंथ साहिब महाराज की हजूरी विच सज के जो पावन प्रसंग इस वक्त लड़ीवार कथा धन गुरु गोबिंद सिंह साहिब महाराज का प्रसंग भाई साहब तो श्रवण कर रहे सी। बाबाणियां कहानियां पुत सपुत करेन। सो इस तरह हौली हौली रोज सुनन दे नाल गुरु घर दे इतिहास दा जदों पता लगदा है तां इतिहास सुन के सानू बहुत प्रकार दी सेध प्राप्त हुंदी है। अपने सतगुरां बारे पता लगदा है और गुरु घर दे विच किस प्रकार गुरु साहब जी ने वीर रस दी दात रणजीत नगारा बना के जदों वजाया तां बहुत मीलों तक पहाड़ियां दे विच उहदी आवाज़ गूंजी जिहदे नाल पहाड़ी राजे कंब गए। सो इस तरह पावन प्रसंग आप जी ने श्रवण किया है। ये सारा हफ्ता 16 तरीक तक जो आपां विशेष धन धन सतगुरु गुरु अर्जन देव साहिब महाराज की शहीदी के संबंध विच जो लड़ीवार कथा तो बाद गुरु अर्जन देव महाराज की शहीदी के संबंध विच विचारां करांगे। सो ये प्रसंग आप जी ने बहुत समा पहला सूरज प्रकाश की पोथी विचों ही श्रवण किया है। सतगुरु महाराज का प्रसंग कि किस प्रकार गुरु घर दे नाल चंदू का वैर वधिया अते पिरथीए नूं अपना वड्डे होण दा हंकार कि गुरता गद्दी दा अधिकार मेरे पास वड्डे होण करके सी। मैनू महाराज चौथे पातशाह ने गुरता गद्दी दी दात नहीं बख्शिश कीती। फिर मेरे नालों छोटे बाबा महादेव जी सन, उन्हां नूं भी गुरता गद्दी दी दात नहीं दिती। और जो सब तो छोटे सन साडे भराता गुरु अर्जन देव साहब जी महाराज, उन्हां नूं गुरता गद्दी दी दात बख्शिश कर दिती।
ਇਹ ਕੁਦਰਤੀ ਗੱਲ ਹੈ ਕਿ ਵੱਡੇ ਕਦੇ ਵੀ ਨਹੀਂ ਜਰਦੇ ਕਿ ਛੋਟੇ ਨੂੰ ਦਾਤ ਮਿਲੇ। ਇਹ ਤਾਂ ਸੀ ਇੱਕ ਸੰਸਾਰੀ ਸੁਭਾਵਕ ਜੀ ਈਰਖਾ ਮਨ ਦੇ ਅੰਦਰ। ਸੋ ਪਿਰਥੀ ਨੇ ਹਰ ਪ੍ਰਕਾਰ ਦਾ ਯਤਨ ਕੀਤਾ, ਜਿਸ ਦੇ ਨਾਲ ਹੌਲੀ ਹੌਲੀ ਜਦੋਂ ਚੰਦੂ ਨੇ ਆਪਣੀ ਪੁੱਤਰੀ ਦੇ ਰਿਸ਼ਤੇ ਦਾ ਜਵਾਬ ਸੁਣ ਲਿਆ ਕਿ ਮਹਾਰਾਜ ਨੇ ਨਾਂਹ ਕਰ ਦਿੱਤੀ ਹੈ, ਉਦੋਂ ਫਿਰ ਪਿਰਥੀਆ ਬਹੁਤ ਖੁਸ਼ ਹੋਇਆ ਔਰ ਚੰਦੂ ਨੂੰ ਜਾ ਮਿਲਿਆ। ਬਹੁਤ ਸਾਰੀਆਂ ਚੁਗਲੀਆਂ ਲਾਈਆਂ ਜਾ ਕਰਕੇ, ਇਹ ਕਹਿ ਕੇ ਕਿ ਬਾਦਸ਼ਾਹ ਦੇ ਮੈਂ ਪੇਸ਼ ਹੋਣਾ ਚਾਹੁੰਦਾ ਹਾਂ, ਮੇਰੇ ਨਾਲ ਵੀ ਉਹਨਾਂ ਨੇ ਅਨਿਆਂ ਕੀਤਾ, ਮੇਰੇ ਨਾਲ ਮੇਰੇ ਪਿਤਾ ਨੇ ਅਨਿਆਂ ਕੀਤਾ, ਵੱਡੇ ਹੁੰਦਿਆਂ ਗੱਦੀ ਛੋਟੇ ਨੂੰ ਨਹੀਂ ਮਿਲਣੀ ਚਾਹੀਦੀ। ਜੇ ਤੂੰ ਇਹ ਫੈਸਲਾ ਕਰਵਾ ਦੇਵੇਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਥਾਂ ਤੋਂ ਪਾਸੇ ਹੋ ਜਾਣ ਅਤੇ ਮੈਂ ਉਹਨਾਂ ਦੀ ਗੱਦੀ ਤੇ ਬੈਠ ਜਾਵਾਂ, ਗੁਰੂ ਬਣ ਜਾਵਾਂ। ਇਸ ਤਰ੍ਹਾਂ ਇਹ ਕਹਿ ਕੇ ਉਦੋਂ ਪਹਿਲਾਂ ਬਾਦਸ਼ਾਹ ਦੇ ਕੋਲ ਪੇਸ਼ ਵੀ ਹੋਇਆ ਸੀ। ਜਹਾਂਗੀਰ ਨੂੰ ਜਾ ਕੇ ਕਿਹਾ ਸੀ ਕਿ ਮੈਨੂੰ ਮੇਰੇ ਪਿਤਾ ਨੇ ਮੇਰਾ ਹੱਕ ਨਹੀਂ ਦਿੱਤਾ, ਮੈਂ ਘਰ ਦੇ ਵਿੱਚ ਵੱਡਾ ਸੀ ਔਰ ਇਹ ਗੁਰਤਾ ਗੱਦੀ ਮੇਰਾ ਅਧਿਕਾਰ ਬਣਦਾ ਸੀ। ਪਰ ਪਰਮਾਤਮਾ ਦੇ ਪਿਆਰੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਵਜ਼ੀਰ ਖਾਂ, ਜੋ ਵਜ਼ੀਰ ਸਨ ਬਾਦਸ਼ਾਹ ਦੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਾਦਸ਼ਾਹ ਸਲਾਮਤ ਇੱਕ ਪਿਤਾ ਆਪਣੇ ਹੁੰਦਿਆਂ ਆਪਣੇ ਤਿੰਨਾਂ ਪੁੱਤਰਾਂ ਵਿੱਚੋਂ ਲਾਇਕ ਦੇਖ ਕੇ, ਯੋਗ ਦੇਖ ਕੇ, ਜੋ ਫਕੀਰੀ ਦੇ ਲਾਇਕ ਹਨ, ਜੋ ਪਰਜਾ ਦਾ ਭਲਾ ਕਰ ਸਕਦੇ ਹਨ, ਜੋ ਲੋਕਾਂ ਨੂੰ ਖੁਦਾ ਦੇ ਰਸਤੇ ਤੇ ਚਲਾ ਸਕਦੇ ਹਨ, ਵੱਡਿਆਂ ਦੋਵਾਂ ਨੂੰ ਲਾਇਕ ਨਾ ਜਾਣਦੇ ਹੋਏ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਇਹ ਆ ਕਰਕੇ ਹੁਣ ਖਾਮ-ਖਾਂ ਤੁਹਾਡੇ ਪਾਸ ਉਹਨਾਂ ਦੀ ਸ਼ਿਕਾਇਤ ਲਾ ਰਿਹਾ ਜਾਂ ਚੁਗਲੀ ਲਾ ਰਿਹਾ ਹੈ। ਜਦੋਂ ਬਾਦਸ਼ਾਹ ਨੂੰ ਸਾਰੀ ਗੱਲ ਸਮਝਾ ਦਿੱਤੀ ਤਾਂ ਬਾਦਸ਼ਾਹ ਨੇ ਵੀ ਪਿਰਥੀ ਨੂੰ ਇਹ ਗੱਲ ਕਹਿ ਦਿੱਤੀ ਕਿ ਜਦੋਂ ਪਿਤਾ ਨੇ ਗੱਦੀ ਆਪਣੇ ਜਿਉਂਦੇ ਜੀ ਦੇ ਦਿੱਤੀ, ਉਹਨਾਂ ਨੇ ਕੋਈ ਯੋਗਤਾ ਦੇਖੀ ਹੋਣੀ ਆ, ਤਾਂ ਹੁਣ ਤੁਹਾਡਾ ਅਧਿਕਾਰ ਨਹੀਂ ਬਣਦਾ ਮੇਰੇ ਕੋਲ ਆ ਕੇ ਸ਼ਿਕਾਇਤਾਂ ਕਰਨ ਦਾ। ਸੋ ਇਸ ਤਰ੍ਹਾਂ ਕਹਿ ਕੇ ਉਸ ਥਾਂ ਤੋਂ ਪਿਰਥੀਏ ਨੂੰ ਤੋੜ ਦਿੱਤਾ। ਪਿਰਥੀਆ ਵੀ ਬੜੀ ਦੇਰ ਤੋਂ ਲੈ ਕੇ ਇਸ ਤਾਕ ਦੇ ਵਿੱਚ ਸੀ ਕਿ ਕੋਈ ਇਹੀ ਜੀ ਗੱਲ ਸਾਹਮਣੇ ਆਵੇ ਜਿਹਦੇ ਕਰਕੇ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਜਾਣ, ਕੋਈ ਮੈਂ ਇਹਨਾਂ ਨੂੰ ਜਾਂ ਜੇਲ੍ਹ 'ਚ ਫਸਵਾ ਦਿਆਂ ਜਾਂ ਸ਼ਹੀਦ ਕਰਵਾ ਦਿਆਂ, ਉਸ ਤੋਂ ਬਾਅਦ ਮੇਰੀ ਗੱਲ ਬਣ ਸਕਦੀ ਹੈ। ਸੋ ਇਸ ਤਰ੍ਹਾਂ ਮਨ ਦੇ ਅੰਦਰ ਇਹ ਜਿਹੜੀਆਂ ਵਿਚਾਰਾਂ ਉਹਨਾਂ ਨੇ ਰੱਖੀਆਂ ਆਪਣੇ। ਜਦੋਂ ਫਿਰ ਆਪ ਜੀ ਨੂੰ ਪਤਾ ਹੈ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਲੀ ਦੀ ਸੰਗਤ ਦੇ ਕਹਿਣ ਦੇ ਉੱਤੇ ਕਿ ਚੰਦੂ ਨੇ ਇਹ ਗੱਲ ਕਹੀ ਆ, ਉੱਥੇ ਗੁਰਸਿੱਖ ਪਹਿਰੇਦਾਰ ਸੀ ਬਰਛੇ ਤੇ। ਜਦ ਚੰਦੂ ਨੇ ਪ੍ਰੋਹਤ ਨੂੰ ਇਹ ਗੱਲ ਕਹੀ, ਜਿਹੜਾ ਗੁਰੂ ਘਰ ਦੇ ਵਿੱਚ ਉਹਨਾਂ ਜ਼ਮਾਨਿਆਂ ਦੇ ਮੁਤਾਬਕ 1 ਰੁਪਈਆ ਚਾਂਦੀ ਦਾ ਪਕੜਾ ਕੇ ਸੋ ਜੋ ਸ਼ਗਨ ਦੀ ਅੱਧੀ ਰਸਮ ਕਰ ਚੁੱਕਿਆ ਕਿ ਹਾਂ ਮਹਾਰਾਜ ਸਾਡੇ ਵੱਲੋਂ ਹਾਂ ਹੈ, ਉਸ ਵਕਤ ਜਦੋਂ ਵਾਪਸ ਜਾ ਕੇ ਚੰਦੂ ਨੂੰ ਦੱਸਿਆ, ਸੋ ਚੰਦੂ ਕਹਿਣ ਲੱਗਿਆ ਇਹ ਤਾਂ ਠੀਕ ਹੈ ਕਿ ਉਹ ਸੋਹਣੇ ਸੁਨੱਖੇ ਨੇ, ਉੱਚੇ ਲੰਬੇ ਨੇ, ਸੋਹੜ ਬੰਸ ਹੈ, ਪਰ ਤੂੰ ਇਹ ਚੰਗਾ ਨਹੀਂ ਕੀਤਾ। ਕਹਿਣ ਲੱਗੇ ਕਿਉਂ ਜੀ? ਕਹਿਣ ਲੱਗੇ ਵੀ ਇਹ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਆ ਤੂੰ। ਚੁਬਾਰੇ ਤੋਂ ਭਾਵ ਉੱਚੇ ਘਰਾਣੇ ਦੇ ਜਿਹੜਾ ਲੜਕੀ ਆ ਉਹਦਾ ਰਿਸ਼ਤਾ ਤੂੰ ਨੀਵੇਂ ਘਰ 'ਚ ਕਰਿਆ ਆ। ਗੁਰੂ ਘਰ ਨੂੰ ਨੀਵਾਂ ਦੱਸਿਆ ਉਹਨੇ। ਦੂਸਰੀ ਚੰਦੂ ਨੇ ਵੱਡੀ ਗੱਲ ਇਹ ਕਹੀ ਕਿ ਗੁਰੂ ਨਾਨਕ ਦੇ ਘਰ 'ਚ ਤਾਂ ਲੋਕ ਜਿਹੜੇ ਆਉਂਦੇ ਨੇ ਇਹ ਗਰੀਬੜੇ ਜਿਹੇ ਸਿੱਖ ਹੁੰਦੇ ਨੇ, ਕੰਗਾਲ ਜਿਹੇ ਹੁੰਦੇ ਨੇ, 2-2 ਪੈਸੇ ਮੱਥਾ ਟੇਕਦੇ ਨੇ, ਕਿਉਂਕਿ ਜਦੋਂ ਦੀ ਇਹ ਗੱਲ ਹੈ ਉਦੋਂ ਬਹੁਤ ਲੋਕਾਂ ਕੋਲੇ ਵਾਕਈ ਬਹੁਤ ਪੈਸਾ ਨਹੀਂ ਸੀ ਹੁੰਦਾ। ਪੁਰਾਣਿਆਂ ਬਜ਼ੁਰਗਾਂ ਨੂੰ ਪਤਾ ਇਸ ਗੱਲ ਦਾ, ਮੈਨੂੰ ਖੁਦ ਨੂੰ ਪਤਾ ਕਿ ਅਸੀਂ ਆਪਣੇ
ਪਿੰਡ ਜਦੋਂ ਕੋਈ ਸਬਜ਼ੀ ਵਾਲਾ ਆਉਂਦਾ, ਕੋਈ ਕੁਲਫੀਆਂ ਵਾਲਾ ਆਉਂਦਾ, ਘਰੋਂ ਕੌਲੀ ਦਾਣਿਆਂ ਦੀ ਭਰ ਕੇ ਦਿੰਦੇ ਸੀ। ਪੈਸੇ ਹੀ ਨਹੀਂ ਸੀ ਹੁੰਦੇ ਪਿੰਡਾਂ 'ਚ। ਦਾਣਿਆਂ ਦੇ ਵੱਟੇ, ਦੁਕਾਨਦਾਰ ਤੋਂ ਦੁੱਧ ਲੈਣਾ, ਘਰ ਦਾ ਰਾਸ਼ਨ ਲੈਣਾ, ਸੋ ਕਦੇ ਕੁਛ ਚੀਜ਼ ਦਾਣਿਆਂ ਵੱਟੇ ਸਭ ਕੁਝ ਮਿਲਦਾ ਸੀ। 100 ਰੁਪਈਆ ਵੀ ਦੇਖਣ ਨੂੰ ਕਿਸੇ ਕੋਲ ਕਦੇ ਹੀ ਦੇਖਿਆ ਜਾ ਸਕਦਾ ਸੀ, ਇੰਨੀ ਗਰੀਬੀ ਚੱਲ ਰਹੀ ਸੀ। ਆਮ ਜੀਵਾਂ ਕੋਲ ਇੰਨੇ ਨਹੀਂ, ਪਰ ਭਾਵਨਾ ਨਾਲ ਆਪਾਂ ਭਾਈ ਗਰੀਬੂ ਦੀ ਇੱਕ ਸਾਖੀ ਸੁਣੀ, ਜਿਹਦੇ 'ਚ ਇਹ ਆਇਆ ਕਿ ਉਹਨੇ ਕਾਣੀ ਕੌਡੀ ਵਿਚਾਰੇ ਕੋਲ ਸੀ, ਇੱਕ ਲੜ ਨਾਲ ਬੰਨ੍ਹ ਕੇ ਲਿਆਇਆ ਮੱਥਾ ਟੇਕਣ ਨੂੰ, ਫਿਰ ਸੰਗ ਗਿਆ ਸੀ। ਉਹ ਵੀ ਮਹਾਰਾਜ ਨੇ ਪਿੱਛੇ ਜਾ ਕੇ ਆਪ ਉਹਦੇ ਲੜ ਤੋਂ ਕੌਡੀ ਕੱਢ ਕੇ ਕਿਹਾ ਸੀ ਕਿ ਜਿੰਨੇ ਧਨ ਦੇ ਢੇਰ ਪਏ ਨੇ ਉਹਨਾਂ ਸਾਰਿਆਂ ਵਿੱਚੋਂ ਸ਼੍ਰੋਮਣੀ ਭੇਟਾ ਤੇਰੀ ਹੈ, ਕਿਉਂਕਿ ਇਹ ਭਾਵਨਾ ਨਾਲ ਲਿਆਂਦੀ। 6ਵੇਂ ਪਾਤਸ਼ਾਹ ਵੇਲੇ 2 ਪੈਸੇ ਹੀ ਰੱਖੇ ਸੀ ਸਿੱਖ ਨੇ, ਤੇ ਮੰਗਿਆ ਸੀ ਕਿ ਮੈਨੂੰ ਮਹਾਰਾਜ ਕਿਰਪਾ ਕਰਕੇ ਮੁਕਤੀ ਦੇ ਦਿਓ। ਗੁਰਾਂ ਨੇ ਉਹਨੂੰ ਨਿਹਾਲ ਬਚਨ ਕਰ ਦਿੱਤਾ ਸੀ। ਗੋਬਿੰਦ ਭਾਉ ਭਗਤ ਦਾ ਭੁੱਖਾ, ਪਰ ਇੱਕ ਮਨਮੁਖ ਹੰਕਾਰੀ ਵਿਕਾਰੀ ਬੰਦਾ, ਨਾਸਤਕ, ਈਰਖਾ ਦਾ ਮਾਰਿਆ ਹੋਇਆ ਦਵੈਸ਼ੀ ਪੁਰਸ਼, ਰਿਸ਼ਵਤਾਂ ਲੈਣ ਵਾਲਾ ਕੀ ਜਾਣ ਸਕਦਾ ਕਿ ਭਾਵਨਾ ਕੀ ਹੁੰਦੀ। ਕਿਉਂਕਿ ਚੰਦੂ ਨੂੰ ਆਸ ਸੀ, ਬਹੁਤ ਵੱਡੀ ਲੈ ਕੇ ਕੰਮ ਕਰਦਾ ਸੀ, ਲੋਕਾਂ ਦੇ ਰਿਸ਼ਵਤ ਲੈਂਦਾ ਸੀ ਤੇ ਫੇਰ ਬਾਦਸ਼ਾਹ ਨੂੰ ਮਿਲਣ ਦਿੰਦਾ। ਇਹਦਾ ਚਿੱਤ ਕਰੇ, ਕਿਉਂਕਿ ਇਹਨੇ ਸਾਰੇ ਜਿੰਨੇ ਦਰਬਾਰੀ ਸੀ ਜਾਂ ਥੱਲੇ ਤੱਕ ਹੋਰ ਬੰਦੇ ਸੀ, ਉਹ ਪੈਸੇ ਦੇ ਦੇ ਕੇ ਆਪਣੇ ਨਾਲ ਰਲਾਏ ਹੋਏ ਸੀ, ਜਾਂ ਕਹਿ ਲਓ ਕਿ ਗੰਢੇ ਹੋਏ ਸੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ। ਥੱਲਿਓਂ ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਆਹੋ ਚੱਟ ਜਾਓ, ਜਿਵੇਂ ਗੁਰੂ ਨਾਨਕ ਸਾਹਿਬ ਦਾ ਵਾਕ ਮਲਹਾਰ ਰਾਗ ਦੀ ਵਾਰ ਵਿੱਚ ਆਉਂਦਾ ਨਾ, ਇਸੇ ਤਰ੍ਹਾਂ ਥੱਲਿਓਂ ਬਹੁਤ ਵੱਡਾ ਘਾਓ ਪੈਂਦਾ ਸੀ। ਸਿਪਾਹੀ ਕਹਿੰਦੇ ਸੀ ਜੇ ਬਾਦਸ਼ਾਹ ਕੋਲ ਆਪਣੀ ਪੁਕਾਰ ਸੁਣਾਉਣੀ ਆ ਤਾਂ ਪਹਿਲਾਂ ਇੰਨੇ 1000 ਰੁਪਈਆ ਲਿਆ। ਉਹ ਸਾਰਾ ਹਿੱਸਾ ਚੰਦੂ ਤੱਕ ਜਾਂਦਾ ਸੀ। ਇਸ ਤਰ੍ਹਾਂ ਜਦੋਂ ਬੰਦਾ ਮਾੜੀ ਕਮਾਈ ਖਾਣ ਲੱਗ ਜੇ, ਉਹ ਬੰਦੇ ਦੀ ਬੁੱਧੀ ਦੇ ਉੱਤੇ ਕਿੱਥੇ ਨਿਰਮਲਤਾ ਛਾ ਸਕਦੀ ਹੈ। ਉਹ ਬੰਦੇ ਦੀ ਬੁੱਧੀ ਤਾਂ ਪਹਿਲਾਂ ਹੀ ਮਲੀਨ ਹੋ ਚੁੱਕੀ ਹੈ। ਇਸ ਤਰ੍ਹਾਂ ਚੰਦੂ ਦੀ ਬੁੱਧੀ ਮਲੀਨ ਹੋਣ ਕਰਕੇ ਜਿਹੜਾ ਅਧਿਆਤਮਕ ਮਾਰਗ ਨੂੰ ਜਾਣਦਾ ਹੀ ਨਹੀਂ ਸੀ, ਜਿਹੜਾ ਸਿਰਫ ਇਹੀ ਸਮਝਦਾ ਸੀ ਕਿ ਮੈਂ ਹੀ ਖੁਦਾ ਹਾਂ। ਬਾਦਸ਼ਾਹ ਤਾਂ ਆਪਣੇ ਆਪ ਨੂੰ ਸਮਝਦਾ ਹੀ ਹੁੰਦਾ ਕਿ ਮੈਂ ਬਹੁਤ ਵੱਡਾ ਹਾਂ, ਪਰ ਜਿਹੜੇ ਗਾਂ ਅਹਿਲਕਾਰ ਹੁੰਦੇ ਨੇ, ਇਹ ਤਾਂ ਸੀ ਵੀ ਵੱਡਾ ਵਜ਼ੀਰ, ਪ੍ਰਧਾਨ ਮੰਤਰੀ ਸੀ ਇਹ ਜਹਾਂਗੀਰ ਦਾ। ਇਸ ਕਰਕੇ ਇਹਨੇ ਮਨ ਦੇ ਅੰਦਰ ਹਮੇਸ਼ਾ ਈਰਖਾ ਰੱਖੀ, ਗੁਰੂ ਘਰ ਦੇ ਵਿਰੁੱਧ ਬਹੁਤ ਬੋਲਦਾ ਰਿਹਾ। ਜਦੋਂ ਸਿੱਖ ਨੇ ਬਾਤਾਂ ਸੁਣੀਆਂ, ਸਾਰੀਆਂ ਗੱਲਾਂ ਬਾਤਾਂ ਸੁਣ ਲਈਆਂ, ਉਹਨੇ ਰਾਤ ਨੂੰ ਜੋ ਸੰਗਤ ਧਰਮਸ਼ਾਲਾ 'ਚ ਇਕੱਠੀ ਹੋਈ, ਸਾਰੀ ਸੰਗਤ ਨੂੰ ਦੱਸਿਆ ਵੀ ਅੱਜ ਚੰਦੂ ਵਜ਼ੀਰ ਨੇ ਆਹ ਗੱਲਾਂ ਕਹੀਆਂ ਨੇ। ਸੰਗਤ ਨੇ ਕਦ ਜਰਨੀਆਂ ਸੀ ਇਹ ਸੁਣ ਕੇ ਕਿ ਮਹਾਰਾਜ ਦੇ ਵਿਰੁੱਧ ਬੋਲੇ, ਗੁਰੂ ਘਰ ਦੇ, ਗੁਰੂ ਨਾਨਕ ਸਾਹਿਬ ਦੇ ਵਿਰੁੱਧ ਬੋਲਿਆ। ਕਹਿੰਦਾ ਜੇ ਮੇਰੀ ਕੁੜੀ ਉੱਥੇ ਤੂੰ ਰਿਸ਼ਤਾ ਦੇ ਆਇਆ ਜਿੱਥੇ 2-2 ਪੈਸੇ ਸਿੱਖ ਮੱਥਾ ਟੇਕਦੇ ਆ, ਉੱਥੇ ਤਾਂ ਗਿਣਤੀ ਘਟਦੀ ਵੱਧਦੀ ਰਹਿੰਦੀ, ਨੇ ਜਾਣੀਏ ਕੱਲ ਨੂੰ ਮੱਥਾ ਟੇਕਣ ਵਾਲੇ ਘਟ ਗਏ, ਮੇਰੀ ਕੁੜੀ ਰੋਟੀ ਕਿੱਥੋਂ ਖਾਊਗੀ, ਮੈਂ ਏਡਾ ਅਮੀਰ ਬੰਦਾ। ਦੇਖੋ ਇਹ ਬੰਦੇ ਨੂੰ ਹੰਗਤਾ ਹੋ ਜਾਂਦੀ, ਹੰਕਾਰ ਹੋ ਜਾਂਦਾ। ਸੰਗਤ ਨੇ ਚਿੱਠੀ ਲਿਖ ਕੇ ਫਿਰ ਭੇਜ ਦਿੱਤੀ, ਔਰ ਚਿੱਠੀ ਜਦੋਂ ਮਹਾਰਾਜ ਕੋਲ ਲੈ ਕੇ ਪਹੁੰਚਣ ਵਾਲਾ ਸੀ, ਸਿੱਖ ਤਿਆਰੀਆਂ ਸਾਰੀਆਂ ਹੋ ਚੁੱਕੀਆਂ ਸੀ, ਸ਼ਗਨ ਦੀ ਰਸਮ ਹੋਣ ਲੱਗੀ ਸੀ, ਹਜ਼ਾਰਾਂ ਸੰਗਤ ਬੈਠੀ ਆ। ਉਸ ਵਕਤ ਸਿੱਖ ਨੇ ਬੇਨਤੀ ਕੀਤੀ ਮੱਥਾ ਟੇਕ ਕੇ ਕਿ ਮਹਾਰਾਜ ਇਹ ਰਿਸ਼ਤਾ ਕਰਨ ਤੋਂ ਪਹਿਲਾਂ ਮੇਰੀ ਚਿੱਠੀ ਜਰਾ ਲਿਆਂਦੀ ਹੋਈ ਦਿੱਲੀੋਂ ਪੜ੍ਹ ਲਓ। ਸਤਿਗੁਰੂ ਕਹਿੰਦੇ ਨਹੀਂ, ਪਹਿਲਾਂ ਆ ਰਸਮ ਪੂਰੀ ਹੋ ਜਾਵੇ ਫੇਰ ਚਿੱਠੀ ਪੜ੍ਹਾਂਗੇ। ਸਿੱਖ ਨੇ ਫੇਰ ਬੇਨਤੀ ਕੀਤੀ ਮਹਾਰਾਜ ਇਸ ਰਸਮ ਦੇ ਸਬੰਧ ਵਿੱਚ ਤੇ ਚੰਦੂ ਦੇ ਸਬੰਧ ਵਿੱਚ ਹੀ ਬੇਨਤੀ ਕਰਨੀ ਆਪ ਜੀ ਨੂੰ। ਸੰਗਤ ਦੀ ਬੇਨਤੀ ਲਿਖਤੀ ਰੂਪ ਚ ਆਈ ਚਿੱਠੀ। ਮਹਾਰਾਜ ਸੱਚੇ ਪਾਤਸ਼ਾਹ ਉੱਠ ਕੇ ਇੱਕ ਪਾਸੇ ਲੈ ਗਏ ਸਿੱਖ ਨੂੰ। ਸੰਗਤ ਵਿੱਚੋਂ ਇੱਕ ਮਸਤਾਨਾ ਜਿਹਾ ਸੀ, ਰੰਗੀ ਰੂਹ, ਰੱਬ ਦੀ ਪਿਆਰਾ ਸੀ ਉਹ, ਬੜੇ ਪਹੁੰਚੀ ਹਸਤੀ, ਬ੍ਰਹਮ ਗਿਆਨੀ ਵੀ ਐਸੇ ਕਈ ਇਹਨਾਂ ਦੀਆਂ ਵੱਖੋ ਵੱਖਰੀਆਂ ਹੁੰਦੀਆਂ ਨੇ ਕਿ ਉਹ ਦੇਖਣ ਨੂੰ ਬਾਹਰੋਂ ਦੀਵਾਨਾ ਲੱਗਦਾ ਰੱਬ ਦਾ। ਖੜਾ ਹੋ ਕੇ ਕਹਿਣ ਲੱਗਿਆ ਮੈਨੂੰ ਪਤਾ ਜੋ ਚਿੱਠੀ ਲਿਆਇਆ ਇਹ ਸਗਾਈ ਨਹੀਂ ਹੋਣੀ।
उस वक्त सारी संगत सन्नाटा छा गया। ਲੱਡੂਆਂ ਦੇ ਵੱਡੇ ਵੱਡੇ ਬਰਤਨ ਭਰੇ ਹੋਏ ਜਦੋਂ ਵਰਤਾਉਣੇ ਸੀ, ਸੰਗਤ ਦੇਖੇ ਵੀ ਅੱਜ ਕੀ ਗੱਲ ਐਸਾ ਵਿਘਨ ਕਿਉਂ ਖੜਾ ਹੋ ਗਿਆ। ਜਦੋਂ ਚਿੱਠੀ ਦਿੱਤੀ ਲਿਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਲੀ ਦੀ ਸੰਗਤ ਦੀ ਬੇਨਤੀ ਪੜ੍ਹੀ, ਸਤਿਗੁਰੂ ਜੀ ਨੇ ਉਸ ਵਕਤ ਆ ਕੇ ਕਹਿ ਦਿੱਤਾ, ਇਹ ਰਿਸ਼ਤਾ ਸਾਨੂੰ ਪ੍ਰਵਾਨ ਨਹੀਂ। ਔਰ ਜਿਹੜਾ ਪੁਰੋਹਿਤ ਆਇਆ ਸੀ ਬਹੁਤ ਸਾਰਾ ਸਮਾਨ ਲੈ ਕੇ, ਹੀਰੇ ਮੋਤੀ ਜਵਾਹਰਾਤ ਆਦਿਕ ਸੋਨਾ ਚਾਂਦੀ ਦੇ ਰੁਪਈਏ ਢੇਰ ਸਾਰੇ ਕੱਪੜੇ ਬਹੁਤ ਸਾਰਾ ਸਮਾਨ ਚੰਦੂ ਨੇ ਹੰਕਾਰ ਨਾਲ ਭੇਜਿਆ। ਉਸ ਵਕਤ ਪੁਰੋਹਿਤ ਕਹਿਣ ਲੱਗਿਆ, ਮਹਾਰਾਜ ਇਹ ਆਪ ਕੀ ਕਹਿ ਰਹੇ ਹੋ, ਐਡਾ ਵੱਡਾ ਰਿਸ਼ਤਾ ਆ ਰਿਹਾ, ਐਡਾ ਵੱਡਾ ਰਿਸ਼ਤਾ ਤਾਂ ਕਰਮਾਂ ਵਾਲਿਆਂ ਨੂੰ ਮਿਲਦਾ। ਮਹਾਰਾਜ ਕਹਿੰਦੇ ਨਹੀਂ, ਸਾਨੂੰ ਇਹ ਰਿਸ਼ਤੇ ਦੀ ਲੋੜ ਨਹੀਂ। ਉਸ ਵਕਤ ਸਤਿਗੁਰੂ ਮਹਾਰਾਜ ਕਹਿਣ ਲੱਗੇ, ਆ ਦੇਖ ਚੰਦੂ ਨੇ ਕੀ ਕੀ ਅੱਖਰ ਬੋਲੇ ਨੇ ਕਿ ਚੁਬਾਰੇ ਦੀ ਇੱਟ ਤੂੰ ਮੋਰੀ ਨੂੰ ਲਾਇਆ, ਤੈਨੂੰ ਕਿਹਾ ਨਾ। ਪੁਰੋਹਿਤ ਚੁੱਪ ਕਰ ਗਿਆ ਵੀ ਹਾਂ ਗੱਲ ਤਾਂ, ਕਿਉਂਕਿ ਉਹਨੂੰ ਬੜੀ ਹੈਰਾਨਗੀ ਵੀ ਇਹ ਗੱਲ ਕਿਵੇਂ ਪਹੁੰਚ ਗਈ ਇੱਥੇ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਤੁਸੀਂ ਇਹ ਵੀ ਕਿਹਾ ਕਿ ਕੰਗਾਲ ਕੰਗਾਲ ਸਿੱਖ ਆਉਂਦੇ ਨੇ। ਮਹਾਰਾਜ ਕਹਿੰਦੇ ਮੇਰੇ ਆ ਜਿਹਨੂੰ ਤੁਸੀਂ ਕੰਗਾਲ ਕਹਿੰਦੇ ਹੋ, ਤੈਨੂੰ ਪਤਾ ਇਹ 'ਚ ਕਿੰਨੇ ਬ੍ਰਹਮ ਗਿਆਨੀ ਬੈਠੇ ਨੇ, ਕਿੰਨੇ ਰੱਬ ਦੇ ਪਿਆਰੇ ਬੈਠੇ ਨੇ। ਬਸਤਾ ਤੁੰਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਭਰਮਿੰਨਾ। ਇਹ ਸਾਰੇ ਜਿੰਨੇ ਬੈਠੇ ਨੇ ਭਾਵੇਂ ਟੁੱਟੀਆਂ ਝੋਂਪੜੀ 'ਚ ਰਹਿੰਦੇ ਹੋਣ, ਕੱਪੜੇ ਪਾਟੇ ਪਾਏ ਹੋਣ, ਮਿੱਤਰ ਨਾ ਧਾਨੇ ਠਰੂਪ ਹੀਣ ਕੇ ਸਾਕ ਨਾ ਸਿੰਨਾ, ਕੋਈ ਸੰਬੰਧੀ ਬੁਲਾਉਂਦਾ ਨਾ ਹੋਵੇ ਕਿਸੇ ਨੂੰ। ਪਰ ਮੈਂ ਇਹ ਗੱਲ ਕਹਿਣਾ ਕਿ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਇਹ ਮੇਰੇ ਸਿੱਖਾਂ ਨੂੰ ਇਉਂ ਬੋਲਦੇ ਆ, ਇਹ ਗੁਰੂ ਨਾਨਕ ਦੀ ਸੰਗਤ ਨੂੰ ਜਿਹੜਾ ਨਿੰਦੇ ਉਹ ਮੇਰਾ ਕੀ ਲੱਗਦਾ। ਜਿਹਨੇ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਐ ਕਹਿਤਾ ਅੱਜ ਆ ਰਿਸ਼ਤਾ ਹਲੇ ਹੋਇਆ ਵੀ ਨਹੀਂ, ਤੇ ਕੱਲ ਨੂੰ ਕੀ ਖਰੀ ਗੁਜ਼ਾਰੂਗਾ ਉਹ ਸਾਡੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਿਉਂਕਿ ਤੁਹਾਨੂੰ ਪਤਾ ਨਾ ਕਿ ਪਹਿਲਾਂ ਜਦ ਸੱਤੇ ਬਲਵੰਡੇ ਹੋਣਾ ਨੇ ਗੁਰੂ ਨਾਨਕ ਸਾਹਿਬ ਬਾਰੇ ਮਾੜੇ ਅੱਖਰ ਬੋਲਤੇ ਸੀ, ਸਤਿਗੁਰੂ ਕਹਿੰਦੇ ਤੁਹਾਡੀ ਜ਼ਬਾਨ 'ਚ ਕੀੜੇ ਪੈਣ ਫਿੱਟ ਜੇ ਤੁਹਾਡਾ ਸਰੀਰ। ਵੱਡਿਆਂ ਦੀ ਨਿੰਦਿਆ ਕੌਣ ਸੁਣਦਾ ਆਪਣਿਆਂ ਦੀ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਚਲੇ ਜਾ ਆਪਣਾ ਸਮਾਨ ਇੱਥੋਂ ਚੁੱਕ ਤੇ ਚਲੇ ਜਾ, ਮੈਨੂੰ ਲੋੜ ਨਹੀਂ ਹੈ ਜੇ ਰਿਸ਼ਤੇ ਦੀ। ਜੇ ਉਹ ਆਪਣੇ ਆਪ ਨੂੰ ਸਮਝਦਾ ਚੰਦੂ, ਤਾਂ ਮੇਰਾ ਗੁਰੂ ਨਾਨਕ ਪਾਤਸ਼ਾਹ ਤਿੰਨਾਂ ਲੋਕਾਂ ਦਾ ਮਾਲਕ, ਮੇਰੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਪਿਤਾ ਜੀ, ਉਹਨਾਂ ਬਾਰੇ ਮੈਂ ਕਦ ਸੁਣ ਸਕਦਾ। ਚੱਕ ਆਪਣਾ ਸਮਾਨ। ਪੁਰੋਹਿਤ ਨੇ ਬਹੁਤ ਮਿੰਨਤਾਂ ਤਰਲੇ ਕੀਤੇ, ਪਰ ਦੇਖੋ ਵੀ ਇਹ ਸਿੱਖਿਆ ਦਿੰਦੇ ਨੇ ਵੀ ਜਿਹੜਾ ਬੰਦਾ ਗੁਰੂ ਘਰ ਦਾ ਨਿੰਦਕ ਹੈ, ਪੰਜ ਪਿਆਰੇ ਕਹਿੰਦੇ ਨੜੀ ਮਾਰ ਕੁੜੀ ਮਾਰ ਸਿਰ ਗੁੰਮ, ਸੋ ਰਾਮ ਰਾਈਏ ਗੰਗੂ ਸ਼ਾਹੀਏ ਮੀਨੇ ਮਸੰਦ ਰਾਮ ਰਾਈਏ, ਸਾਰਿਆਂ ਦਾ ਬਾਈਕਾਟ ਮਾਰਨੇ ਕਾ ਕਰ ਦਿਓ, ਕੋਈ ਲੋੜ ਨਹੀਂ। ਪਰ ਉਹ ਸਾਰੀਆਂ ਚੀਜ਼ਾਂ ਵਿਸਰਦੀਆਂ ਜਾ ਰਹੀਆਂ। ਜੇ ਉਹ ਚੰਦੂ ਵਾਂਗੂ ਕੋਈ ਗੁਰੂ ਘਰ ਦੀ ਨਿੰਦਾ ਕਰੇ ਤੇ ਫਿਰ ਅਸੀਂ ਰੋਟੀ ਬੇਟੀ ਦੀ ਸਾਂਝ ਰੱਖੀਏ, ਫਿਰ ਅਸੀਂ ਗੁਰੂ ਘਰ ਦੇ ਦੇਣਦਾਰ ਹਾਂ। ਇਸ ਤਰ੍ਹਾਂ ਮਹਾਰਾਜ ਨੇ ਜਦੋਂ ਰਿਸ਼ਤਾ ਮੋੜ ਦਿੱਤਾ, ਚੁੱਕ ਕੇ ਲੈ ਗਿਆ ਆਪਣਾ ਸਮਾਨ, ਪਛਤਾਉਂਦਾ ਜਾ ਰਿਹਾ। ਔਰ ਨਾਲ ਮਨ ਸੋਚਦਾ ਕਿ ਸੱਚੇ ਪਾਤਸ਼ਾਹ ਝੂਠ ਨਹੀਂ ਕਹਿੰਦੇ, ਸੱਚ ਕਹਿੰਦੇ ਨੇ ਕਿ ਚੰਦੂ ਨੇ ਐਵੇਂ ਰਿਸ਼ਤਾ ਵਿਗਾੜ ਲਿਆ ਨਿੰਦਿਆ ਕਰਕੇ। ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ, ਭਾਈ ਸਾਰੀ ਸੰਗਤ ਵਿੱਚ ਖੜੇ ਹੋ ਕੇ ਸਾਨੂੰ ਇੱਕ ਸਿੱਖ ਦੀ ਪੁੱਤਰੀ ਦੀ ਲੋੜ ਹੈ। ਜਿਹੜਾ ਗੁਰਸਿੱਖ ਗਰੀਬ ਹੋਵੇ ਕੋਈ, ਉਹਦੀ ਪੁੱਤਰੀ ਚਾਹੀਦੀ ਆਪਣੇ ਸਾਹਿਬਜ਼ਾਦੇ ਵਾਸਤੇ ਰਿਸ਼ਤਾ ਕਰਨਾ। ਸੰਗਤ ਵਿੱਚੋਂ ਇੱਕੋ ਦਮ 3 ਜਾਣੇ ਖੜੇ ਹੋ ਗਏ, ਇੱਕ ਜਾਣਾ ਨਹੀਂ ਖੜਾ ਹੋਇਆ। ਕਿਉਂਕਿ ਜੇ ਲੱਖ ਬੰਦਾ ਬੈਠਾ, 2 ਲੱਖ ਬੈਠਾ ਸੰਗਤ 'ਚ, ਅਚਾਨਕ 3 ਬੰਦਿਆਂ ਦਾ ਖੜਾ ਹੋਣਾ ਕੋਈ ਵੱਡੀ ਗੱਲ ਨਹੀਂ। ਕਿ ਸਰਦਾ ਇੱਕਦਮ ਜਾਗੀ, ਭਾਗਾਂ ਵਾਲੇ ਸਮਝਿਆ ਹਾਏ ਸੱਚੇ ਪਾਤਸ਼ਾਹ ਦਾ ਰਿਸ਼ਤਾ, ਔਰ ਸਾਡੇ ਨਾਲ ਇੱਕਦਮ ਖੜੇ ਹੋ ਗਏ। ਮਹਾਰਾਜ ਕਹਿੰਦੇ ਭਾਈ ਅਸੀਂ ਇੱਕ ਰਿਸ਼ਤਾ ਮੰਗਿਆ, 3 ਨਹੀਂ ਮੰਗੇ। 3 ਜਾਣੇ ਕਹਿੰਦੇ ਮਹਾਰਾਜ ਮੈਂ ਪਹਿਲਾਂ ਖੜਾ, ਮੈਂ ਖੜਾ ਹੋਇਆ। ਮਹਾਰਾਜ ਕਹਿੰਦੇ ਭਾਈ ਮਰਿਆਦਾ ਨਹੀਂ, ਅਸੀਂ ਤਾਂ ਇੱਕ ਸ਼ਾਦੀ ਕਰਨੀ ਹੈ ਇਹਨਾਂ ਦੀ, ਸਾਹਿਬਜ਼ਾਦਿਆਂ ਦੀ। ਉਸ ਵਕਤ ਹੁਣ 3 ਸਿੱਖ ਕਹਿੰਦੇ ਮਹਾਰਾਜ ਜੀ ਤੁਹਾਨੂੰ ਪਤਾ ਵੀ ਜਦੋਂ ਇੱਕ ਵਾਰ ਪਿਓ ਹਾਂ ਕਰ ਦੇਵੇ ਬੱਚੀ ਦੀ ਮੰਗਣੀ ਵਾਸਤੇ, ਵਿਆਹ ਵਾਸਤੇ, ਉਹਨਾਂ ਜ਼ਮਾਨਿਆਂ ਦਾ ਇਹ ਰੂਲ ਸੀਗਾ ਕਿ ਜਦੋਂ ਇੱਕ ਥਾਂ
ਘਰ ਦੇ ਕਹਿ ਦਿੰਦੇ ਸੀ ਹਾਂ ਤਾਂ ਸਮਝੋ ਹਾਂ ਹੀ ਪੱਕੀ ਹੁੰਦੀ ਸੀ, ਉਹ ਬਦਲਦੀ ਨਹੀਂ ਸੀ। ਫਿਰ ਅੱਜ ਕੱਲ੍ਹ ਵਾਂਗੂ ਨਹੀਂ ਹੁਣ ਵੀ ਉੱਥੋਂ ਰਿਸ਼ਤਾ ਤੋੜ ਲਿਆ, ਫਿਰ ਉੱਥੇ ਜੋੜ ਲਿਆ, ਫਿਰ ਉੱਥੋਂ ਤੋੜ ਲਿਆ, ਫਿਰ ਉੱਥੇ ਜੋੜ ਲਿਆ। ਇੱਕੋ ਹੀ ਥਾਂ ਰਿਸ਼ਤਾ ਹੁੰਦਾ ਸੀ। ਮਹਾਰਾਜ ਅਸੀਂ ਤਾਂ ਤਿੰਨੇ ਖੜੇ ਹੋ ਗਏ, ਹੁਣ ਸਾਡੀ ਤਾਂ ਫਿਰ ਬੇਇੱਜ਼ਤੀ ਆ ਇਲਾਕੇ 'ਚ, ਤੁਹਾਡੇ ਸਿੱਖ ਦੀ ਬੇਇੱਜ਼ਤੀ। ਮਹਾਰਾਜ ਕੁਝ ਚਿਰ ਚੁੱਪ ਰਹੇ। ਕਹਿੰਦੇ ਅੱਛਾ ਫਿਰ ਵਾਹਿਗੁਰੂ ਦਾ ਜਿਵੇਂ ਹੁਕਮ ਹੈ। ਤਿੰਨੇ ਹੀ ਰਿਸ਼ਤੇ ਪ੍ਰਵਾਨ ਕਰ ਲਏ ਸੱਚੇ ਪਾਤਸ਼ਾਹ ਨੇ। ਬੜੇ ਲੋਕ ਅੱਜ ਦੇ ਯੁੱਗ 'ਚ ਸੱਚੇ ਪਾਤਸ਼ਾਹ ਤੇ ਕਿੰਤੂ ਕਰਦੇ ਆ, ਜਿਹੜਾ ਕਿ 6ਵੇਂ ਪਾਤਸ਼ਾਹ ਦੀਆਂ 3 ਸ਼ਾਦੀਆਂ ਸੀ, ਮਹਾਰਾਜ ਨੇ 3 ਸ਼ਾਦੀਆਂ ਕਰਵਾਈਆਂ। ਉਹਦਾ ਇਹ ਜਵਾਬ ਹੈ, ਜੇ ਕੋਈ ਤੁਹਾਨੂੰ ਪੁੱਛ ਲਵੇ ਮਹਾਰਾਜ ਨੇ ਤਾਂ ਇੱਕੋ ਹੀ ਰਿਸ਼ਤਾ ਮੰਗਿਆ ਸੀ, ਪਰ ਹੋਣੀ ਐਸੀ ਕਿ ਵਾਹਿਗੁਰੂ ਦੇ ਹੁਕਮ ਅਨੁਸਾਰ 3 ਸਿੱਖ ਅਚਾਨਕ ਖੜੇ ਹੋ ਗਏ ਔਰ ਸਤਿਗੁਰੂ ਨੇ ਸਿੱਖੀ ਦੀ ਲਾਜ ਰੱਖੀ। ਜੇ 3 ਸਿੱਖਾਂ ਨੇ ਬੇਨਤੀ ਕੀਤੀ, ਕਿਉਂ? ਆਪਣੇ ਵਿੱਚ ਸਤਿਗੁਰੂ ਵਰਗਾ ਦਿਲ ਨਹੀਂ ਹੈਗਾ। ਸਤਿਗੁਰੂ ਤਾਂ ਬਿਲਕੁਲ ਮੋਮ ਨਾਲੋਂ ਵੀ ਦਿਆਲੂ ਸੱਚੇ ਪਾਤਸ਼ਾਹ ਦਾ ਦਿਲ ਹੈ। ਜੇ ਸਿੱਖ ਇੱਕ ਬੇਨਤੀ ਕਰਦੇ ਨਾ, ਮਹਾਰਾਜ ਸਿੱਖ ਨੂੰ ਨਾ ਨਹੀਂ ਕਰਦੇ। ਕਹਿੰਦੇ ਹੈ ਹੀ ਤੁਹਾਡਾ ਸਾਰਾ ਭਾਈ, ਗੁਰਸਿੱਖਾਂ ਵਾਸਤੇ ਹੀ ਹੈ ਸਾਰਾ ਕੁਝ। ਇਸ ਕਰਕੇ ਸਤਿਗੁਰੂ ਨੇ ਸੰਗਤ ਦਾ ਸਤਿਕਾਰ ਕੀਤਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਹੁਣ 1 ਲੱਖ ਸੰਗਤ ਬੈਠੀ ਹੋਵੇ ਤੇ ਸਤਿਗੁਰੂ ਜੀ ਹੁਣ ਸੰਗਤ ਨੂੰ ਨਹੀਂ ਨਾ ਕਰਦੇ, ਸਾਰੀ ਸੰਗਤ ਵੀ ਕਹਿਣ ਲੱਗੀ ਚਲੋ ਮਹਾਰਾਜ ਜੀ ਤਿੰਨੇ ਰਿਸ਼ਤੇ ਪ੍ਰਵਾਨ ਕਰ ਲਓ, ਹੁਣ ਇਹ ਵੀ ਵਾਹਿਗੁਰੂ ਦਾ ਹੁਕਮ ਹੈ। ਸਾਰੀ ਸੰਗਤ ਦੀ ਆਵਾਜ਼ ਇੱਕ ਹੋ ਗਈ। ਹੁਣ ਤੁਸੀਂ ਦੱਸੋ ਉੱਥੇ ਗੁਰੂ ਸਾਹਿਬ ਕੀ ਕਰਦੇ? ਮਹਾਰਾਜ ਨੇ ਇਹ ਵੀ ਕਿਹਾ ਕਿ ਭਾਈ ਇਹ ਕਰਤਾਰ ਦਾ ਹੀ ਹੁਕਮ ਹੈ, ਜਾਂ ਸੰਗਤ ਦਾ ਹੁਕਮ ਆ ਗਿਆ, ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਹੈ, ਤਾਂ ਜਾ ਕੇ ਫਿਰ 3 ਰਿਸ਼ਤੇ ਪ੍ਰਵਾਨ ਹੋਏ ਸੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਰਿਸ਼ਤੇ ਪ੍ਰਵਾਨ ਕੀਤੇ। ਇਧਰੋਂ ਹੁਣ ਵੈਰ ਸ਼ੁਰੂ ਹੋ ਗਿਆ। ਚੰਦੂ ਨੂੰ ਬਹੁਤ ਜ਼ਿਆਦਾ ਈਰਖਾ ਹੋ ਗਈ, ਮਨ ਦੇ ਅੰਦਰ ਜਲਨ ਸ਼ੁਰੂ ਹੋ ਗਈ। ਹੁਣ ਵਿਉਂਤਾਂ ਬਣਾਉਣ ਲੱਗ ਪਿਆ ਵੀ ਗੁਰੂ ਸਾਹਿਬ ਨਾਲ ਕਿਵੇਂ ਵੈਰ ਲਵਾਂ। ਇਹਨੇ ਸਿਖਾ ਕੇ ਸਲੱਬੀ ਵਰਗੇ ਭੇਜੇ ਵੀ ਗੁਰੂ ਸਾਹਿਬ ਨੂੰ ਫੜ ਕੇ ਲਿਆਓ। ਸਲੱਬੀ ਨੂੰ ਉਹਦਾ ਇੱਕ ਮਿੱਤਰ ਪਠਾਨ ਸੀ। ਜਦੋਂ ਸਲੱਬੀ ਗੋਇੰਦਵਾਲ ਸਾਹਿਬ ਵੱਲੋਂ 50 ਬੰਦੇ ਲੈ ਕੇ ਚੱਲਿਆ, ਉਹ ਮਿੱਤਰ ਜਿਹੜਾ ਪਠਾਨ ਸੀ ਉਹ ਕਹਿਣ ਲੱਗਿਆ, ਆਉਂਦਿਆਂ ਸਾਰ ਸਲੱਬੀ ਨੂੰ ਉਹਨੇ ਗਾਲ ਕੱਢਤੀ। 20 ਬੰਦੇ ਸੀ ਸਿਪਾਹੀ। ਕਹਿੰਦਾ ਉਹ ਸਲੱਬੀ ਸਾਡੀ ਤਨਖਾਹ ਤਾਂ ਦੇ ਦੇ, ਤੂੰ ਇੰਨੇ ਚਿਰ ਦੀ ਤਨਖਾਹ ਮਾਰੀ ਫਿਰਦਾ ਸਾਡੀ, ਸਾਡੇ ਬੱਚੇ ਭੁੱਖੇ ਮਰਦੇ ਆ। ਅੱਗਿਓਂ ਇਹਨੇ ਵੀ ਗਾਲ ਕੱਢਤੀ। ਫਿਰ ਉਹ ਪਠਾਨ ਇੰਨਾ ਗੁੱਸੇ 'ਚ ਆ, ਜਮਦਰ ਹੁੰਦੀ ਇੱਕ ਸਿੱਧੀ ਲੰਬੀ ਜੀ ਉਹਨੇ ਕੱਢ ਕੇ ਉਹਦੇ ਪੇਟ 'ਚ ਮਾਰੀ, ਉੱਥੇ ਹੀ ਮਾਰਤਾ ਉਹਨੂੰ। ਉਹ ਜਿਹੜਾ ਗੁਰੂ ਅਰਜਨ ਦੇਵ ਤੇ ਚੜ੍ਹ ਕੇ ਚੱਲਿਆ ਸੀ ਉਹ ਮਰ ਗਿਆ ਉੱਥੇ। ਫੇਰ ਆਪ ਜੀ ਨੂੰ ਪਤਾ ਕਿ ਸੂਲੀ ਚੜ੍ਹ ਕੇ ਗਿਆ, ਸੂਲੀ ਭੱਠੇ 'ਚ ਡੇਕ ਕੇ ਹੀ ਮਰ ਗਿਆ। ਸੂਲੀ ਤੇ ਨਾਰਾਇਣ ਰਾਗ ਸ਼ਬਦ ਉਚਾਰਨ ਕੀਤਾ। ਬੜੀਆਂ ਬਿਉਂਤਾਂ ਬਣਾਈਆਂ, ਬੜੇ ਯਤਨ ਲੜਾਏ, ਪਰ ਕੀ ਹੋ ਸਕਦਾ ਜਦੋਂ ਤੱਕ ਸਮਾਂ ਨਹੀਂ ਆਇਆ। ਹੁਣ ਇਹ ਮਨ ਦੇ ਅੰਦਰ ਚੰਦੂ ਸੋਚਦਾ ਵੀ ਬੜੀਆਂ ਬਿਉਂਤਾਂ ਬਣਾਈਆਂ, ਬੜਾ ਕੁਝ ਸੋਚਿਆ, ਕੋਸ਼ਿਸ਼ ਕੀਤੀ, ਪਰ ਗੁਰੂ ਅਰਜਨ ਦੇਵ ਜੀ ਨੂੰ ਮੈਂ ਕੁਝ ਵੀ ਨਹੀਂ ਕਰ ਸਕਿਆ। ਮਨ ਦੇ ਅੰਦਰ ਇਹ ਵਿਚਾਰਾਂ ਕਰਦਾ ਰੋਜ਼ ਚਿਤਵਦਾ ਮਾੜਾ। ਉਧਰੋਂ ਸਮਾਂ ਵੀ ਆ ਗਿਆ। ਫਿਰ ਐਸਾ ਸਮਾਂ ਆਇਆ, ਜਹਾਂਗੀਰ ਨੇ ਆਪਣੇ ਸਹਿਜਾਦੇ ਖੁਸਰੋ ਨੂੰ ਕਿਸੇ ਕਾਰਨ ਕਰਕੇ ਦੇਸ਼ ਨਿਕਾਲਾ ਦੇਤਾ। ਜਦੋਂ ਘਰੋਂ ਕੱਢਤਾ, ਦੇਸ਼ ਨਿਕਾਲਾ ਦੇਤਾ, ਕਿਉਂਕਿ ਉਦੋਂ ਰਸਤਾ ਜਾਂਦਾ ਸੀ ਦਿੱਲੀ ਤੋਂ। ਇਹ ਗੋਇੰਦਵਾਲ ਸਾਹਿਬ ਦੇ ਰਾਹੀਂ ਲਾਹੌਰ ਨੂੰ ਪਹੁੰਚਿਆ ਕਰਦੇ ਸੀ। ਤਰਨਤਾਰਨ ਸਾਹਿਬ ਰਸਤੇ 'ਚ ਕਿਸੇ ਨੇ ਦੱਸਿਆ ਕਿ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਠਹਿਰੇ ਹੋਏ ਨੇ, ਨਾਲੇ ਆਰਾਮ ਕਰਦੇ ਆ, ਨਾਲੇ ਪ੍ਰਸ਼ਾਦਾ ਛਕਦੇ ਆ, ਨਾਲੇ ਫਕੀਰਾਂ ਫਕਰਾਂ ਦੀ ਦੁਆ ਲੱਗ ਜਾਂਦੀ ਆ, ਨਾਲੇ ਕੁਝ ਹੋ ਸਕਦਾ ਮਦਦ ਵੀ ਕਰ ਦੇਣ ਮਹਾਰਾਜ ਆਪਣੀ। ਜਦ ਇਹਨਾਂ ਬਚਨ ਕਰਕੇ ਫਿਰ ਉੱਥੇ ਤੰਬੂ ਲਾ ਲਏ। ਸ਼ਾਮ ਨੂੰ ਜਿਹੜੇ ਬੰਦੇ ਇਹਦੇ ਖਾਸ ਸੀਗੇ ਵਫਾਦਾਰ, ਉਹ 30-40 ਕੁ ਬੰਦੇ ਦੱਸੇ ਦੇ ਨਾਲ ਵੀ ਗਏ ਸੀ ਉੱਥੋਂ ਨਿਕਲ ਕੇ। ਜਦ ਸਵੇਰ ਹੁੰਦੀ ਸਾਰ ਸ੍ਰੀ ਤਰਨਤਾਰਨ ਸਾਹਿਬ ਮਹਾਰਾਜ ਦੇ ਕੋਲ ਜਾ ਕੇ ਮੱਥਾ ਟੇਕਿਆ। ਸਤਿਗੁਰੂ ਨੇ, ਕਿਉਂਕਿ ਹੁਣ ਸਤਿਗੁਰੂ ਤਾਂ ਸਾਰਿਆਂ ਲਈ ਇੱਕੋ ਜਿਹਾ ਵਰਤਾਓ ਕਰਦੇ ਨੇ, ਉਹਨਾਂ ਲਈ ਤਾਂ ਕਿਸੇ ਪ੍ਰਤੀ ਮਨ ਦੇ ਅੰਦਰ ਨਾ ਈਰਖਾ ਨਾ ਦਵੈਸ਼। ਕੋਈ ਆ ਜੇ ਗੁਰੂ ਘਰ 'ਚ, ਮਹਾਰਾਜ ਨੇ ਕਿਹਾ ਪ੍ਰਸ਼ਾਦਾ ਛਕਾਓ ਭਾਈ। ਪ੍ਰਸ਼ਾਦਾ ਛਕਿਆ। ਉਹਨਾਂ ਨੇ ਕੁਝ ਦਿਨ ਨਿਵਾਸ ਵੀ ਕੀਤਾ, ਰਹਿਣ ਨੂੰ ਥਾਂ ਵੀ ਦਿੱਤਾ। ਤੁਰਨ ਲੱਗਿਆਂ ਕਹਿਣ ਲੱਗਿਆ, ਮਹਾਰਾਜ ਕੁਝ ਪੈਸੇ ਥੁੜ ਗਏ ਨੇ, ਆਪਣੇ ਸਾਥੀਆਂ ਨੂੰ ਗਹਿਣੇ ਵੇਚ-ਵੇਚ ਕੇ, ਆਪਣੇ ਛਾਂਪਾਂ ਛੱਲੇ ਵੇਚ-ਵੇਚ ਕੇ ਮੈਂ ਇਹਨਾਂ ਨੂੰ
महाराज जी प्रसादा छकाउना, रोटी खवाउना, मेरे कोल तां पैसे बहुत घट ने जी, मदद हो जाए कुछ। ऐसा जिक्र आउंदा कि 5000 रुपया महाराज ने उन्हां समयां 'ਚ ਦਿੱਤਾ ਸੀ। महिमा प्रकाश विच ਇਹ प्रसंग नहीं आया, पर सूरज प्रकाश ने प्रसंग लिखिया है। ਜਦੋਂ ਇਹ ਗੱਲ ਚੰਦੂ ਦਾ ਇੱਕ ਬੰਦਾ ਦੇਖ ਰਿਹਾ ਸੀ, ਸਾਰੀ ਚੁਗਲੀ ਜਾ ਉਗਲੀ ਚੰਦੂ ਦੇ ਕੋਲੇ ਉਹਨੇ। ਚੰਦੂ ਬਹੁਤ ਖੁਸ਼ ਹੋਇਆ, ਕਹਿੰਦਾ ਹੁਣ ਮੌਕਾ ਲੱਗੇਗਾ, ਮਹਾਰਾਜ ਸੱਚੇ ਪਾਤਸ਼ਾਹ ਨੂੰ ਐਸਾ ਡੰਨ ਦਿਵਾਵਾਂਗਾ ਨਾ, ਐਸਾ ਸਜ਼ਾ ਦਿਵਾਵਾਂਗਾ, ਹੁਣ ਪਤਾ ਲੱਗੇਗਾ, ਹੁਣ ਮੇਰਾ ਬਦਲਾ ਪੂਰਾ ਹੋਵੇਗਾ। ਮਨ ਦੇ ਅੰਦਰ ਈਰਖਾ ਦਵੈਸ਼ ਰੱਖਦੇ ਹੋਏ ਨੇ ਉਸ ਵਕਤ ਭੱਜਿਆ ਹੀ ਗਿਆ। ਦੂਜੇ ਦਿਨ ਪੋਸ਼ਾਕਾ ਜਿਹਾ ਪਾ ਕੇ ਵਜ਼ੀਰਾਂ ਵਾਲਾ, ਸ਼ਾਮ ਨੂੰ ਖਬਰ ਮਿਲੀ ਦੂਜੇ ਦਿਨ ਸਵੇਰੇ, ਰਾਤ ਨੂੰ ਹੁਣ ਨੀਂਦ ਨਾ ਆਵੇ, ਬਸ ਕਿਹੜਾ ਵੇਲਾ ਬਾਦਸ਼ਾਹ ਨੂੰ ਮਿਲਾਂ, ਕਿਹੜਾ ਵੇਲਾ, ਜਾ ਕਚਹਿਰੀਆਂ 'ਚ ਪਹੁੰਚਿਆ। ਸੋ ਲਾੜੀ ਚਾੜੀ ਫਿਰ ਕਰ ਦਿੱਤੀ ਜਾ ਕੇ, ਨਿੰਦਾ ਕਰ ਦਿੱਤੀ ਜਾ ਕੇ, ਗੁਰੂ ਦੀ ਚੁਗਲੀ ਲਾ ਦਿੱਤੀ। ਲਾੜੀ ਚਾੜੀ ਲਾਏ ਤਵਾਰ, ਮਨਮੁਖ ਅੰਧਾ ਮੁਗਧ ਗਵਾਰ। ਸੋ ਇਸ ਪ੍ਰਕਾਰ ਮਹਾਰਾਜ ਜਿਵੇਂ ਕਿਹਾ ਇਹ ਵੀ ਇੱਕ ਸੂਤਕ ਪਾਤਕ ਹੀ ਆ। ਅੱਖੀਂ ਸੂਤਕ ਵੇਖਣਾ ਪਰ ਤਰੈ, ਪਰ ਧਨ ਰੂਪ ਕੰਨੀ ਸੂਤਕ ਕੰਨ ਪੈ, ਲਾਏ ਤਬਾਰੀ ਖਾਹੇ। ਲਾਏ ਤਬਾਰੀ ਕਰਤੀ ਜਾ ਕੇ। ਫਿਰ ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਜਿਹੜਾ ਆਪਣਾ ਦੁਸ਼ਮਣ ਹੁੰਦਾ ਹੈ ਬਾਦਸ਼ਾਹ ਦਾ, ਜੇ ਉਹਦਾ ਕੋਈ ਦੋਸਤ ਬਣ ਜਾਵੇ ਤਾਂ ਕੀ ਹੋਣਾ ਚਾਹੀਦਾ? ਕਹਿੰਦੇ ਫਿਰ ਉਹ ਵੀ ਦੁਸ਼ਮਣ, ਆਪਣਾ ਕੀ ਲੱਗਦਾ? ਕਹਿੰਦੇ ਜੇ ਉਹਨੂੰ ਕੋਈ ਰੋਟੀ ਖਵਾਵੇ, ਪੈਸੇ ਦੇਵੇ ਆਪਣੇ ਦੁਸ਼ਮਣ ਨੂੰ, ਕਹਿੰਦੇ ਫਿਰ ਉਹਨੂੰ ਤਾਂ ਬਹੁਤ ਸਜ਼ਾ ਦਾ ਹੱਕਦਾਰ ਹੁੰਦਾ। ਕਹਿੰਦੇ ਅੱਬਲ ਤੇ ਉਹਨੂੰ ਫਾਂਸੀ ਦੇਣੀ ਚਾਹੀਦੀ ਆ, ਫਾਹਾ ਲਾਉਣਾ ਚਾਹੀਦਾ, ਜਾਂ ਉਹਨੂੰ ਭਾਰੀ ਜੁਰਮਾਨਾ ਹੋਣਾ ਚਾਹੀਦਾ। ਕਹਿੰਦਾ ਜੀ ਫਿਰ ਦੇਖ ਲਓ, ਮੈਂ ਤੁਹਾਨੂੰ ਕਈ ਵਾਰੀ ਕਿਹਾ ਸੀ ਵੀ ਗੁਰੂ ਅਰਜਨ ਦੇਵ ਜੀ ਨੇ ਮਾਝੇ ਦੇ ਇਲਾਕੇ 'ਚ, ਪੰਜਾਬ ਦੇਸ਼ 'ਚ ਚੋਰ ਰੱਖੇ ਹੋਏ ਨੇ, ਠੱਗ ਰੱਖੇ ਹੋਏ ਨੇ, ਤੁਸੀਂ ਮੇਰੀਆਂ ਗੱਲਾਂ ਮੰਨੀਆਂ ਨਹੀਂ ਹੈਗੀਆਂ। ਆਹ ਦੇਖ ਲਓ ਹੁਣ ਸ਼ਾਹਜ਼ਾਦਾ ਖੁਸਰੋ ਆਪਾਂ ਇੱਥੋਂ ਕੱਢਿਆ, ਤੁਹਾਡਾ ਵਿਰੋਧੀ ਆ, ਦੇਸ਼ ਨਿਕਾਲਾ ਦਿੱਤਾ, ਤੇ ਦੇਖ ਲਓ ਜਾ ਕੇ ਕਿਵੇਂ ਗੁਰੂ ਅਰਜਨ ਦੇਵ ਜੀ ਦੇ ਲੰਗਰ 'ਚ ਲੰਗਰ ਛਕਿਆ। ਨਾਲੇ ਆਪਾਂ ਸਾਰੇ ਥਾਈਂ ਸ਼ਾਹੀ ਫਰਮਾਨ ਕੱਢਿਆ ਹੋਇਆ ਵੀ ਕੋਈ ਉਹਨੂੰ ਥਾਂ ਟਿਕਾਣਾ ਨਾ ਦੇਵੇ, ਕੋਈ ਉਹਨੂੰ ਪੈਸੇ ਨਾ ਦੇਵੇ, ਕੋਈ ਉਹਨੂੰ ਕੁਛ ਉਹਦੀ ਮਦਦ ਨਾ ਕਰੇ। ਫੇਰ ਵੀ ਦੇਖ ਲਓ, ਦੱਸੋ ਹੁਣ ਕੀ ਸਜ਼ਾ ਹੋਣੀ ਚਾਹੀਦੀ ਹੈ? ਬਾਦਸ਼ਾਹ ਕਹਿਣ ਲੱਗਿਆ ਇਹ ਤੂੰ ਹੀ ਦੱਸ ਫਿਰ ਕੀ ਸਜ਼ਾ ਹੋਣੀ ਚਾਹੀਦੀ। ਫਿਰ ਕਹਿੰਦਾ ਜਿਹੜੇ ਤੁਹਾਡੇ ਪਿਤਾ ਜੀ ਨੇ 84 ਪਿੰਡ ਦਿੱਤੇ ਸੀ, ਚੱਲ ਜਦ ਉਹਨਾਂ ਦਿੱਤੇ ਸੀ, ਹੁਣ ਆਪਾਂ ਨਹੀਂ ਦੇਣੇ। ਉਹਨਾਂ ਦਾ ਜਿਹੜਾ 84 ਪਿੰਡਾਂ ਦਾ ਮਾਮਲਾ ਸੀ ਉਹ ਖਜ਼ਾਨੇ 'ਚੋਂ ਆਉਂਦਾ ਨਹੀਂ ਸੀ ਖਜ਼ਾਨੇ 'ਚ, ਤੇ ਉਹ ਸਾਰਾ ਮਾਮਲਾ ਉਧਰ ਲੰਗਰ 'ਚ ਪੈਂਦਾ ਸੀ। ਇਹਨਾਂ ਨੇ ਕਿੰਨੀ ਦੇਰ ਹੋ ਗਈ, ਤੀਜੇ ਪਾਤਸ਼ਾਹ ਤੋਂ ਚੌਥੇ ਤੱਕ, ਹੁਣ ਪੰਜਵੇਂ ਪਾਤਸ਼ਾਹ ਬਣੇ, ਇਹਨਾਂ ਨੇ ਉਹ ਜਿਹੜਾ ਲਗਾਨ ਸੀ ਸਾਰਾ ਲੰਗਰ 'ਚ ਪਾਇਆ ਜਾਂ ਆਪਣੇ ਲਈ ਵਰਤਿਆ। ਆਪਾਂ ਇੱਕ ਤਾਂ ਪਟਾ ਲਿਖਿਆ ਹੋਇਆ ਵਾਪਸ ਕਰ ਲਈ, ਆਪਾਂ ਨੂੰ ਕੀ ਲੋੜ ਆ ਦੇਣ ਦੀ 84 ਪਿੰਡ। ਦੂਜਾ ਆਪਾਂ ਇਹਨਾਂ ਤੋਂ ਸਾਰਾ ਲਗਾਨ ਵੀ ਵਾਪਸ ਲੈਣਾ, ਤੇ ਇਹ ਜਿਹੜਾ ਰੱਖਿਆ ਇਹਨੇ ਨਾ ਸ਼ਹਿਜ਼ਾਦਾ ਖੁਸਰੋ ਨੂੰ, ਉਹ ਜੁਰਮਾਨਾ ਵੀ ਲਾਈਏ। ਕਹਿੰਦੇ ਦੱਸ ਕਿੰਨਾ ਲਾਈਏ? ਕਹਿੰਦੇ ਮੇਰੇ ਹਿਸਾਬ ਨਾਲ 2 ਲੱਖ ਰੁਪਇਆ ਜੁਰਮਾਨਾ ਹੋਣਾ ਚਾਹੀਦਾ। ਹੁਣ ਉਹ ਚਾਂਦੀ ਦਾ ਰੁਪਈਆ ਇਸ ਵਕਤ ਲਗਭਗ 125 ਰੁਪਏ ਦਾ ਇੱਕ ਹੈ, ਔਰ 2 ਲੱਖ ਰੁਪਈਆ ਚਾਂਦੀ ਦਾ ਦੇਣਾ। ਕਹਿਣ ਲੱਗਿਆ ਠੀਕ ਹੈ, ਤੂੰ ਆਪਣੇ ਵੱਲੋਂ ਲਿਖ ਕੇ ਭੇਜ ਦੇ ਸਾਰਾ ਸ਼ਾਹੀ ਫਰਮਾਨ, ਸਿਪਾਹੀ ਭੇਜ ਦੇ, ਇਹਦੀ ਭੇਜ ਦੇ, 2 ਲੱਖ ਰੁਪਈਆ ਦੇਣ ਤੇ ਇੱਥੇ ਆਉਣ। ਇਹਨੇ ਕਿਹਾ ਸੀ ਕਿ ਤੁਸੀਂ ਐਵੇਂ ਕਰਿਓ, 2 ਲੱਖ ਰੁਪਇਆ ਮੈਂ ਲੈ ਲੂੰ ਉਹਨਾਂ ਤੋਂ ਵਸੂਲ ਨੂੰ, ਤੁਸੀਂ ਬੁਰੇ ਨਾ ਬਣਿਓ, ਤੁਸੀਂ ਉਹਨਾਂ ਨੂੰ ਲਿਖ ਭੇਜੋ ਵੀ ਅਸੀਂ ਤੁਹਾਡੇ ਨਾਲ ਧਾਰਮਿਕ ਵਿਚਾਰਾਂ ਕਰਨੀਆਂ, ਇਸ ਤਰ੍ਹਾਂ ਬੁਲਾਓ, ਫਿਰ ਉਹ ਆ ਜਾਣਗੇ। ਸੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਸ਼ਾਹੀ ਫਰਮਾਨ ਜਿੰਨਾ ਬਾਦਸ਼ਾਹ ਨੇ ਕਿਹਾ ਸੀ, ਚੰਦੂ ਨੇ 100 ਗੁਣਾ ਵੱਧ ਮਿਰਚ ਮਸਾਲਾ ਲਾ ਕੇ ਬਹੁਤ ਕਰੜਾ ਜਿਹਾ ਸ਼ਾਹੀ ਫਰਮਾਨ ਲਿਖ ਕੇ ਫੜਾ ਕੇ ਉਹਦੇ ਹੱਥ 'ਚ ਕਹਿਣ ਲੱਗਿਆ, ਉੱਥੇ ਜਾ ਕੇ ਨੀਵਾਂ ਜਿਹਾ ਹੋ ਕੇ ਨਾ ਬੋਲੀ, ਮਿੱਠਾ ਹੋ ਕੇ ਨਾ ਬੋਲੀ, ਅਫਸਰ ਬਣ ਕੇ ਬੋਲੀ, ਚੰਗਾ ਰੋਹਬ ਨਾਲ ਉਹਨਾਂ ਨੂੰ ਕਹੀਂ ਵੀ ਚਲੋ ਉੱਠੋ 2 ਲੱਖ ਰੁਪਈਆ ਦਿਓ, ਨਹੀਂ ਤਾਂ ਬੁਲਾਇਆ ਤੁਹਾਨੂੰ ਉੱਥੇ ਰਾਜੇ ਨੇ, ਸ਼ਾਹੀ ਫਰਮਾਨ ਲੈ ਕੇ ਚੱਲਿਆ ਤੂੰ। ਉਹ ਪਿੱਛੋਂ ਤਾਂ ਸਿਪਾਹੀ ਦੋਨੋਂ ਲੋਹੇ ਲਾਖੇ ਜਿਹੇ ਹੋ ਕੇ ਆਏ, ਗੁੱਸੇ 'ਚ ਵੀ ਜਾਂਦੇ ਪਤਾ ਨਹੀਂ ਕੀ ਕਰ ਦਿਆਂਗੇ। ਜਦ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਖੜੇ ਹੋਏ, ਐਸਾ ਸੁੰਦਰ ਸਰੂਪ, ਜਿਤ ਮਿਲਿਆ ਮਨ ਹੋਇਆ ਆਨੰਦ,
सो सतगुरु कहिया, मन की दुविधा बिन सजाए, हर परम पद लईया, एकदम हिरदा पिघल गया। जिवें चंदू ने बयान कीता सी कि वो बड़े ऐसे ने देख के कहना, क्योंकि सिपाही फिर भी पुलिस है राजे दी, पुलिस वालिਆਂ ਨੂੰ ਤਾਂ ਬੰਦਾ ਚਿਹਰਾ ਦੇਖ ਕੇ ਪਤਾ ਲੱਗ ਜਾਂਦਾ। ਉਹ ਕਹਿੰਦੇ ਇਹ ਤਾਂ ਬਹੁਤ ਉੱਚ ਕੋਟੀ ਦੇ ਮਾਲਕ ਨੇ, ਇਹ ਤਾਂ ਬੜੀ ਪਵਿੱਤਰ ਰੂਹ ਹੈ। ਉਹਦੇ ਉਲਟਾ ਚਰਨੀ ਪੈ ਗਏ ਆ ਕੇ, ਸ਼ਾਹੀ ਫਰਮਾਨ ਰੱਖਤਾ ਅੱਗੇ। ਮਹਾਰਾਜ ਨੇ ਪੜਵਾਇਆ। ਸਿਪਾਹੀ ਕਹਿਣ ਲੱਗਿਆ, ਮਹਾਰਾਜ ਜੀ ਮੇਰਾ ਕੋਈ ਕਸੂਰ ਨਹੀਂ ਇਹਦੇ 'ਚ। ਇਹ ਜਿਹੜਾ ਨਾ ਚੰਦੂ ਹੈ ਇਹ ਬੜਾ ਪਾਪੀ ਆਦਮੀ, ਦੁਸ਼ਟ, ਇਹਨੇ ਸ਼ਿਕਾਇਤਾਂ ਲਾਈਆਂ ਤੁਹਾਡੀਆਂ ਉੱਥੇ, ਤੁਸੀਂ ਇਹਦੀ ਲੜਕੀ ਦਾ ਰਿਸ਼ਤਾ ਮੋੜਤਾ ਸੀ, ਇਸ ਕਰਕੇ ਚੰਦੂ ਨੇ ਉੱਥੇ ਸਾਰੀਆਂ ਚੁਗਲੀਆਂ ਉਗਲੀਆਂ। ਬਾਦਸ਼ਾਹ ਨੇ ਤਾਂ ਮਾੜਾ ਜਿਹਾ ਕਿਹਾ ਸੀ, ਚਲੋ 2 ਲੱਖ ਰੁਪਏ ਚਿੱਠੀ ਲਿਖ ਦਿਓ। ਆ ਜਿਹੜੀਆਂ ਬਾਕੀ ਦੀਆਂ ਗੱਲਾਂ ਲਿਖੀਆਂ ਹੋਈਆਂ ਬਹੁਤ ਗਲਤ ਮਲਤ ਜੀਆਂ, ਇਹ ਕਹਿ ਕੇ ਲਿਖਾਈਆਂ ਸਾਰੀਆਂ ਚੰਦੂ ਨੇ ਸਾਨੂੰ, ਤੇ ਮੈਨੂੰ ਕਹਿੰਦਾ ਕਿ ਰੋਹਬ ਨਾਲ ਬੋਲੀ ਜਾ ਕੇ ਉੱਥੇ। ਮਹਾਰਾਜ ਹੱਸ ਪਏ, ਕਹਿੰਦੇ ਕੋਈ ਨਹੀਂ, ਹੋਣੀ ਇਸ ਤਰ੍ਹਾਂ ਹੀ ਹੈ, ਇਹ ਸਾਰਾ ਹੁਕਮ ਹੀ ਆ ਅਕਾਲ ਪੁਰਖ ਦਾ, ਤੈਨੂੰ ਅਸੀਂ ਕੁਛ ਨਹੀਂ ਕਹਿੰਦੇ, ਤੂੰ ਆਪਣੇ ਮਨ 'ਚ ਨਾ ਲਿਆਈ। ਸਤਿਗੁਰੂ ਮਹਾਰਾਜ ਨੇ ਉਹਨੂੰ ਨਿਹਾਲ ਕੀਤਾ, ਪ੍ਰਸੰਨ ਕੀਤਾ, ਕਹਿੰਦੇ ਕੋਈ ਨਹੀਂ ਭਾਈ ਤੂੰ ਜਾ। ਗੁਰੂ ਘਰੋਂ ਉਹਨੂੰ ਸਤਿਕਾਰ ਵੀ ਦਿੱਤਾ, ਉਹਦਾ ਸਿਰੋਂ ਪਾਉ ਵੀ ਦੇਤਾ ਮਹਾਰਾਜ ਨੇ। ਕਹਿੰਦੇ ਜਦ ਤੇਰੀ ਤਾਂ ਸ਼ਰਧਾ ਨਾ, ਕਹਿੰਦੇ ਹਾਂ ਮਹਾਰਾਜ ਮੈਂ ਤਾਂ ਤੁਹਾਨੂੰ ਖੁਦਾ ਰੂਪ ਮੰਨਦਾ, ਪ੍ਰਮਾਤਮਾ ਤੁਸੀਂ ਆਪ ਹੋ। ਕਹਿੰਦੇ ਕੋਈ ਨਹੀਂ ਤੂੰ ਜਾ ਕੇ ਬਾਦਸ਼ਾਹ ਨੂੰ ਇਹ ਗੱਲ ਕਹਿ ਦੇ, ਚੰਦੂ ਨੂੰ ਕਹਿ ਦੇ ਅਸੀਂ ਆਪ ਹੀ ਚੱਲ ਕੇ ਆਉਨੇ ਆ, ਸਾਨੂੰ ਲਿਜਾਣ ਦੀ ਲੋੜ ਨਹੀਂ, ਅਸੀਂ ਕੋਈ ਦੌੜਦੇ ਨਹੀਂ ਗੇ, ਆਵਾਂਗੇ ਅਸੀਂ ਚੱਲ ਕੇ। ਸੋ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਰ ਦਿੱਤਾ। ਸਤਿਗੁਰੂ ਮਹਾਰਾਜ ਨੇ ਪਹਿਲਾਂ ਤਾਂ ਸਾਰੇ ਗੁਰਸਿੱਖਾਂ ਨੂੰ ਦੱਸ ਦਿੱਤਾ, ਬਾਬਾ ਬੁੱਢਾ ਜੀ ਨੂੰ ਪਤਾ ਲੱਗ ਗਿਆ। ਇਹ ਗੱਲ ਇੱਕਦਮ ਸਾਰੇ ਕਿਤੇ ਫੈਲ ਗਈ। ਜਿਹੜੀ ਸਿੱਖ ਸੰਗਤ ਉੱਥੇ ਆਈ ਹੋਈ ਸੀ, ਗੋਇੰਦਵਾਲ ਸਾਹਿਬ, ਮੌ ਸਾਹਿਬ, ਹੋਰ ਸ੍ਰੀ ਕਰਤਾਰਪੁਰ ਸਾਹਿਬ, ਹੋਰ ਸਾਰੇ ਥਾਵਾਂ ਤੇ ਗੱਲ ਪਹੁੰਚ ਵੀ ਗਈ ਕਿ ਏਦਾਂ ਕਰਕੇ ਚਿੱਠੀ ਆਈ ਆ, 2 ਲੱਖ ਰੁਪਈਆ ਮੰਗਿਆ। ਬੜੀ ਹੈਰਾਨਗੀ ਜੀ ਹੋਈ ਸਾਰਿਆਂ ਨੂੰ, ਸਾਰੇ ਜਾਣੇ ਬੜੇ ਪਰੇਸ਼ਾਨ ਵੀ ਹੋ ਰਹੇ ਨੇ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੂੰ ਬੁਲਾਇਆ, ਬਚਨ ਕੀਤਾ, ਬਾਬਾ ਜੀ ਹੁਣ ਸਾਹਿਬਜ਼ਾਦੇ ਵੱਡੇ ਹੋ ਗਏ ਨੇ, ਸਾਰਾ ਕੰਮ ਸੰਭਾਲ ਸਕਦੇ ਨੇ, ਅਸਲ ਸਾਡਾ ਸਮਾਂ ਆ ਗਿਆ ਹੁਣ। ਸਰੀਰ ਛੱਡਣ ਨੂੰ ਤਾਂ ਕੁਛ ਨਹੀਂ, ਸਰੀਰ ਤਾਂ ਅਸੀਂ ਇੱਥੇ ਵੀ ਛੱਡ ਸਕਦੇ ਸੀ, ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹ ਸਰੀਰ ਰੂਪੀ ਠੀਕਰਾ ਦੁਸ਼ਮਣ ਦੇ ਸਿਰ ਤੇ ਭੰਨੀਏ ਜਾ ਕੇ। ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ, ਪਿਆਨ ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਹਨੂੰ ਆ। 9ਵੇਂ ਪਾਤਸ਼ਾਹ ਨੇ ਵੀ ਇਹੀ ਕਰਮ ਹੀ ਕੀਤਾ ਬਾਅਦ 'ਚ। ਉਸ ਵਕਤ ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਹੁਣ ਕੀ ਹੁਕਮ ਹੈ? ਕਹਿੰਦੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਜਿੱਥੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੋਠਾ ਸਾਹਿਬ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਉਸ ਵਕਤ, ਹੁਣ ਵੀ ਸੁਖਾਸਣ, ਇਹ ਪਹਿਲਾਂ ਇੱਥੇ ਹੀ ਸੀ ਸਥਾਨ। ਅਕਾਲ ਤਖ਼ਤ ਸਾਹਿਬ ਜਦੋਂ ਬਣਾਇਆ ਇਹਨੂੰ ਵਿੱਚ ਹੀ ਲੈ ਲਿਆ ਸੀ। ਪਹਿਲਾਂ ਸੁਖਾਸਣ ਸਥਾਨ ਪਹਿਲਾਂ ਤੋਂ ਹੀ ਮੌਜੂਦ ਸੀ, 5ਵੇਂ ਪਾਤਸ਼ਾਹ ਵੇਲੇ ਤੋਂ ਹੀ, ਕਿਉਂਕਿ ਮਹਾਰਾਜ ਇੱਥੇ ਪਹਿਲਾਂ ਤੋਂ ਆਰਾਮ ਕਰਿਆ ਕਰਦੇ ਸੀ। ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਹੋਇਆ, ਆਪ ਜੀ ਥੱਲੇ ਚਿੱਟਾ ਕੱਪੜਾ ਵਿਛਾ ਕੇ ਉਸ ਪਲੰਘ ਦੇ ਥੱਲੇ ਆਰਾਮ ਕਰਿਆ ਕਰਦੇ। ਹੁਣ ਵੀ ਉਹ ਨਿਸ਼ਾਨੀ ਵਜੋਂ ਵਿਛਿਆ ਹੋਇਆ ਉੱਥੇ। ਸੋ ਇਸ ਤਰੀਕੇ ਨਾਲ ਸਾਧ ਸੰਗਤ ਜੀ ਬੁਲਾ ਕੇ 6ਵੇਂ ਪਾਤਸ਼ਾਹ ਨੂੰ ਬਚਨ ਬਿਲਾਸ ਕਰਕੇ ਕਹਿਣ ਲੱਗੇ, ਸਾਡਾ ਹੁਣ ਸਮਾਂ ਆ ਗਿਆ, ਤੁਸੀਂ ਹੁਣ ਸੰਭਾਲਣਾ ਅੱਗੇ ਸਾਰਾ। ਔਰ ਹੁਣ ਉਹ ਜਿਹੜਾ ਸੀ ਨਾ ਨਿਮਰਤਾ ਵਾਲਾ ਕਰਮ, ਹੁਣ ਉਹ ਨਹੀਂ ਕਰਨਾ, ਹੁਣ ਖੰਡਾ ਖੜਕਾਉਣਾ। ਹੁਣ ਸਾਡਾ ਹੁਕਮ ਹੈ, ਤੁਹਾਨੂੰ ਸ਼ਸਤਰ ਪਕੜਨੇ ਨੇ। ਸਿੱਖ ਸਾਰੇ ਯੋਧੇ ਬਣਾ ਲਓ। ਹੁਣ ਇਹਨਾਂ ਦੁਸ਼ਟਾਂ ਨੂੰ ਸਜ਼ਾ ਦੇਣੀ ਪੈਣੀ ਆ, ਕਿਉਂਕਿ ਇਹ ਸਾਰੀਆਂ ਹੱਦ ਬੰਨੇ ਟਪਾਉਂਦੇ ਤੁਰੇ ਜਾ ਰਹੇ ਨੇ। ਬਾਬਾ ਬੁੱਢਾ ਜੀ ਨੂੰ ਕਹਿ ਕੇ ਉਸ ਵਕਤ ਨਾਰੀਅਲ 5 ਪੈਸੇ ਮੰਗਵਾਇਆ। ਬਾਬਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਤਾ, ਤਾਂ ਇਹ ਸਾਰਾ ਕੁਝ ਅੰਦਰੇ ਅੰਦਰ ਹੋਇਆ। ਪਹਿਲਾਂ ਤਾਂ ਬਾਅਦ ਵਿੱਚ ਸੰਗਤ ਵਿੱਚ ਪ੍ਰਤੱਖ ਹੋਇਆ ਸੀ। ਇਸ ਤਰ੍ਹਾਂ ਮਹਾਰਾਜ ਨੇ 5 ਪੈਸੇ ਨਾਲੀਏ ਰੱਖ ਕੇ ਪਰਿਕਰਮਾ ਕਰਕੇ 3 ਵਾਰੀ ਮੱਥਾ ਟੇਕ ਕੇ ਬਚਨ ਕਰਤਾ, ਅੱਜ ਤੋਂ ਸਾਡੀ ਜੋਤ ਤੁਹਾਡੇ ਵਿੱਚ ਹੈ, ਅੱਜ ਤੋਂ ਸਾਰੀ ਸੰਗਤ ਇਹਨਾਂ ਨੂੰ ਮੱਥਾ ਟੇਕੇਗੀ, ਅੱਜ ਤੋਂ ਇਹ 6ਵਾਂ ਸਰੂਪ ਸਾਡਾ ਪ੍ਰਗਟ ਹੋ ਗਏ ਨੇ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਔਰ ਸਮਾਂ ਸਮਾਪਤ ਹੈ। ਕੱਲ ਨੂੰ ਆਪਾਂ ਫਿਰ ਇਹੀ ਪ੍ਰਸੰਗ ਅੱਗੇ ਪੋਥੀ ਤੋਂ, ਸੂਰਜ ਪ੍ਰਕਾਸ਼ ਦੀ ਪੋਥੀ ਤੋਂ ਲੜੀਵਾਰ ਕਥਾ ਉਸੇ ਤਰ੍ਹਾਂ ਹੀ ਚੱਲਦੀ ਰਹੇਗੀ 10ਵੇਂ ਪਾਤਸ਼ਾਹ ਦੀ। ਇਹ ਵਿਸ਼ੇਸ਼ ਪ੍ਰਸੰਗ 5 ਦਿਨ ਲਈ ਵਿਸ਼ੇਸ਼ ਹੋਵੇਗਾ। ਜੋ ਸੰਗਤ ਜਿਨ੍ਹਾਂ ਨੇ ਪਹਿਲਾਂ ਨਹੀਂ ਸੁਣਿਆ, ਇਸ ਵਕਤ ਇਹ ਪ੍ਰੋਗਰਾਮ ਆਪਣਾ ਲਾਈਵ ਚੱਲ ਰਿਹਾ ਅੰਮ੍ਰਿਤ ਬਾਣੀ ਰੇਡੀਓ 0176 ਤੋਂ, ਔਰ ਸਾਰੇ ਯੂਰਪ ਦੇ ਵਿੱਚ ਸੰਗਤਾਂ ਨੇ ਸ਼ਰਵਣ ਕੀਤਾ।
ਔਰ ਸਾਰੇ ਇੰਗਲੈਂਡ ਦੇ ਵਿੱਚ ਸੰਗਤ ਸ਼ਰਵਣ ਕਰ ਰਹੀ ਹੈ। ਕਿਰਪਾ ਕਰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ। ਇਸੇ ਪ੍ਰਕਾਰ ਇਹ ਪ੍ਰਸੰਗ ਸ਼ਰਵਣ ਕਰਾਂਗੇ। ਪਿਆਰ ਸਤਿਕਾਰ ਸਹਿਤ ਸੰਗਤਾਂ ਫਤਿਹ ਉਚਾਰਨ ਕਰੀਏ, ਕਿਉਂਕਿ ਸਮਾਂ 1 ਮਿੰਟ ਉੱਤੇ ਹੋ ਚੁੱਕਿਆ। ਸਿਮਰਨ ਆਪਾਂ ਕੱਲ ਨੂੰ 2 ਮਿੰਟ ਰੱਖ ਲਾਂਗੇ, ਬਾਕੀ ਫਿਰ ਕੱਲ ਤੋਂ ਸਿਮਰਨ ਕਰਾਂਗੇ ਨਾਲ ਨਾਲ। ਪਿਆਰ ਨਾਲ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।